ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਿ ਕਹਿਜੈ। ਕੋਟ ਇੰਦਰ ਇੰਦਰਾਣ ਸਹੇ ਸਾਹਾਣ ਗਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਪ੍ਰਭ ਜੀ ਤੋ ਕਹਿ ਲਾਜ ਹਮਾਰੀ। ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ। ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਨ ਆਹਾਰੀ। ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਨਿਰਬਿਕਾਰ ਨਿਰਜੁਰ ਨਿੰਦਰਾ ਬਿਨ ਨਿਰਭਿਖ ਨਰਕ ਨਿਵਾਰੀ। ਕਿਰਪਾ ਸਿੰਧ ਕਾਲ ਤ੍ਰੈਦਰਸੀ ਕੁਕਰਤ ਪਰਨਾਸਨ ਕਾਰੀ। ਧਨ ਰੂਪਾਨ ਤ੍ਰਿਤਮਾਨ ਤਰਾ ਧਰ ਅਨਭਿਕਾਰ ਅਸ ਧਾਰੀ। ਹਉ ਮਤ ਮੰਦ ਚਰਨ ਸ਼ਰਣਾਗਤ ਕਰ ਗਹਿ ਲਿਹੋ ਉਬਾਰੀ। ਹਉ ਮਤ ਮੰਦ ਚਰਨ ਸ਼ਰਣਾਗਤ ਕਰ ਗਹਿ ਲਿਹੋ ਉਬਾਰੀ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤੇ ਮਿਲੰਤ ਜਮ ਤਰਾਸ ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਣਾਈ। ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੋ
ਗੁਰ ਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਓ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈ ਸਰੀ ਮਹੱਲਾ ਪੰਜਵਾ। ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਨ ਇਹਾ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ। ਤਾਕੀ ਨਿਰਮਲ ਰੀਤ। ਕੋਈ ਜਾਣੈ ਕਵਨ ਇਹਾ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ। ਤਾਕੀ ਨਿਰਮਲ ਰੀਤ। ਰਹਾਉ। ਮਾਤ ਪਿਤਾ ਬਨਤਾ ਸੁਤ ਬੰਦਾਪਾ। ਇਸ਼ਟ ਮੀਤ ਅਰ ਭਾਈ। ਪੂਰਬ ਜਨਮ ਕੀ ਮਿਲੇ ਸੰਜੋਗੀ। ਅੰਤਹ ਕੋ ਨ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ। ਮਨ ਰੰਜਨ ਕੀ ਮਾਇਆ। ਹਾ ਕਰਤ ਬਿਹਾਨੀ ਅਬਦ ਹੈ। ਤਾ ਮਹਿ ਸੰਤੋਖ ਨ ਪਾਇਆ। ਹਸਤ ਰਥ ਆਸਵ ਪਾਵਨ ਤੇਜ। ਤਣੀ ਪੋਮਨ ਚਤੁਰਾਂਗਾ। ਸੰਗ ਨ ਚਾਲਿਓ ਇਨ ਮਹਿ ਕਛੁਐ। ਊਠ ਸਿਧਾਇਓ ਨਾਂਗਾ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ। ਤਾਕੈ ਹਰ ਹਰ ਗਾਈਐ। ਨਾਨਕ ਇਹਾ ਸੁਖ ਆਗੈ ਮੁਖ ਉਜਲ। ਸੰਗ ਸੰਤਨ ਕੈ ਪਾਈਐ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ। ਤਾਕੈ ਹਰ ਹਰ ਗਾਈਐ। ਨਾਨਕ ਇਹਾ ਸੁਖ ਆਗੈ ਮੁਖ ਉਜਲ। ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਰੱਬੀ ਬਾਣੀ ਦੇ ਕੀਰਤਨ ਤੋਂ ਉਪਰੰਤ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਨ ਸੁਣਨ ਦਾ ਵੇਲਾ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਦੇ ਪਵਿੱਤਰ ਪਾਵਨ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਵਿਰਾਗ ਜਨਿਆ ਉਪਦੇਸ਼ ਹੈ, ਕਿਉਂਕਿ ਪਰਮਾਰਥ ਦੇ ਰਸਤੇ ਤੇ ਚੱਲਣ ਲਈ ਜੋ ਮੁੱਖ ਰੂਪ ਵਿੱਚ ਗੁਣ ਹੈ ਉਹ ਵੈਰਾਗ ਹੈ। ਬਿਨਾਂ ਵੈਰਾਗ ਤੋਂ ਪਰਮਾਰਥ ਦੇ ਰਸਤੇ ਦੇ ਪੰਧ ਹੀ ਨਹੀਂ ਬਣ ਸਕਦੇ। ਵੈਰਾਗ ਤੋਂ ਬਿਨਾਂ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਦੇ ਦਰਸ਼ਨਾਂ ਦਾ ਸਾਖਸ਼ਾਤਕਾਰ ਨਹੀਂ ਹੁੰਦਾ। ਗੁਰਬਾਣੀ ਵਿੱਚ ਬਹੁਤ ਸਾਰੇ ਬੇਅੰਤ ਸ਼ਬਦ ਨੇ ਜਿਹੜੇ ਵੈਰਾਗ ਜਨਿਆ ਹਨ। ਜਿਨ੍ਹਾਂ ਸ਼ਬਦਾਂ ਵਿੱਚ ਵੈਰਾਗ ਦਾ ਪ੍ਰਕਰਨ ਸਤਿਗੁਰੂ ਜੀ ਨੇ ਵਰਣਨ ਕੀਤਾ ਹੈ। ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਵੀ ਵੈਰਾਗ ਜਨਿਆ ਸ਼ਬਦ ਹੈ। ਆਓ ਪੰਜਵੇਂ ਪਾਤਸ਼ਾਹ ਤਰਨ ਗਗਨ ਨਭ ਖੰਡ ਮੈਂ ਜੋਤ ਸਵਰੂਪੀ ਰਹੋ ਭਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਸਾਹਿਬ ਜੀ ਪਰਮੇਸ਼ਰ ਦਾ ਰੂਪ ਨੇ, ਅਕਾਲ ਪੁਰਖ ਦਾ ਰੂਪ ਨੇ, ਪ੍ਰਤੱਖ ਹਰੀ ਨੇ। ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜੀਏ। ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਆਪਣੇ ਜੀਵਨ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਜੈਤ ਸਰੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਤੀਸਰੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਹਨ ਵਾਹਿਗੁਰੂ ਇੱਕ ਹੈ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਤ੍ਰਈ ਕਾਲ ਸਤ ਹੈ ਗੁਰ ਚੇਤਨ ਹੈ ਪ੍ਰਸਾਦ ਆਨੰਦ ਸਵਰੂਪ ਹੈ। ਐਸਾ ਜੋ ਅਕਾਲ ਪੁਰਖ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਬਿਨਾਂ ਸਤਿਗੁਰਾਂ ਦੀ ਕਿਰਪਾ ਤੋਂ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਜੀ ਤਰਸ ਕਰਕੇ ਦਇਆ ਕਰਕੇ ਆਪਣੇ ਸੇਵਕ ਨੂੰ ਆਪਣੇ ਸਿੱਖ ਨੂੰ ਆਪਣੇ ਨਿਜ ਸਰੂਪ ਦਾ ਗਿਆਨ ਪ੍ਰਦਾਨ ਕਰਦੇ ਹਨ। ਜਿਵੇਂ 10 ਵਿਅਕਤੀ ਸਨ, ਉਹਨਾਂ ਨੇ ਨਦੀ ਪਾਰ ਕੀਤੀ। ਨਦੀ ਪਾਰ ਕਰਕੇ ਸੋਚਣ ਲੱਗੇ ਕਿ ਆਪਾਂ ਆਪਣੀ ਗਿਣਤੀ ਕਰ ਲਈਏ ਕਿ ਸਾਡੇ 10 ਵਿੱਚੋਂ ਕੋਈ ਇੱਕ ਪਾਣੀ ਵਿੱਚ ਨਾ ਰੁੜ ਗਿਆ ਹੋਵੇ। ਗਿਣਤੀ ਕਰਨ ਲੱਗੇ। ਇੱਕ ਨੇ ਗਿਣਤੀ ਸ਼ੁਰੂ ਕੀਤੀ। 1 2 3 4 ਗਿਣਤੀ ਕਰਦਿਆਂ ਕਰਦਿਆਂ 9 ਤੱਕ ਗਿਣਤੀ ਕਰੇ।
ਆਪਣੇ ਆਪ ਨੂੰ ਵਿੱਚ ਗਿਣੇ ਹੀ ਨਾ, ਰੋਣ ਲੱਗ ਪਏ, ਕਹਿਣ ਲੱਗੇ ਵੀ ਆਪਾਂ ਤਾਂ 9 ਜਣੇ ਰਹਿ ਗਏ ਆ, ਇੱਕ ਰੁੜ ਗਿਆ। ਉਹ ਕਹਿੰਦਾ ਨਹੀਂ, ਦੁਬਾਰਾ ਕਰੋ ਗਿਣਤੀ। ਦੁਬਾਰਾ ਫਿਰ ਗਿਣਤੀ ਕਰਦੇ, ਫਿਰ ਆਪਣੇ ਆਪ ਨੂੰ ਨਾ ਗਿਣੇ, ਉਹਨਾਂ ਨੂੰ ਗਿਣ ਲਵੇ ਤੇ 9 ਹੀ ਗਿਣੇ ਜਾਣ, ਆਪਣੇ ਸਮੇਤ 10ਵਾਂ ਨਾ ਗਿਣੇ। ਰੋਣ ਕੁਰਲਾਉਣ ਲੱਗ ਪਏ, ਵਿਆਕੁਲ ਹੋ ਕੇ ਬਹਿ ਗਏ। ਇੰਨੇ ਨੂੰ ਕੋਈ ਦਇਆਵਾਨ ਪੁਰਸ਼ ਉੱਥੇ ਆਇਆ, ਉਹਨੇ ਵੇਖਿਆ, ਪੁੱਛਿਆ ਕੀ ਗੱਲ ਹੈ? ਕਹਿੰਦੇ ਸਾਡਾ ਇੱਕ ਸਾਥੀ ਪਾਣੀ 'ਚ ਰੁੜ ਗਿਆ। ਉਹ ਕਹਿੰਦਾ ਕਿੰਨੇ ਜਣੇ ਸੀ? ਕਹਿੰਦੇ 10 ਜਣੇ ਸੀ। ਕਹਿੰਦਾ ਮੈਂ ਗਿਣਤੀ ਕਰਾਂ, ਵੇਖਾਂ। ਜਦੋਂ ਗਿਣਤੀ ਕੀਤੀ ਕਹਿੰਦੇ ਵੀ ਤੁਸੀਂ ਤਾਂ 10 ਜਣੇ ਹੋ। ਜਿਹੜਾ ਪਹਿਲਾਂ ਗਿਣਤੀ ਕਰ ਰਿਹਾ ਸੀ ਉਹ ਕਹਿੰਦਾ ਨਹੀਂ, ਮੈਂ ਤਾਂ 9 ਜਣੇ ਗਿਣੇ ਆ, 10ਵਾਂ ਕਿਹੜਾ? ਉਹ ਕੋਲੋਂ ਬੋਲਿਆ 10ਵਾਂ ਤੂੰ ਹੈ। ਫਿਰ ਇੱਕਦਮ ਉਹਨੂੰ ਸੋਝੀ ਹੋਈ ਵੀ 10 ਜਣੇ ਸੀ ਪੂਰੇ ਆ। ਇਹ ਉਦਾਹਰਣ ਦੇ ਕੇ ਮਹਾਂਪੁਰਸ਼ ਸਮਝਾਉਂਦੇ ਹੈ ਕਿ ਮਨੁੱਖ ਜੀਵ ਆਪਣੇ ਸਰੂਪ ਨੂੰ, ਆਪਣੇ ਆਪ ਨੂੰ ਭੁੱਲ ਜਾਂਦਾ। ਬਾਹਰ ਦੂਜਿਆਂ ਦੀ ਤਾਂ ਗਿਣਤੀਆਂ ਮਿਣਤੀਆਂ ਕਰ ਲੈਂਦਾ, ਇਹ ਫਲਾਣਾ, ਇਹ ਅਮਕ ਹੈ। ਆਵਾਜ਼ ਸੁਣ ਕੇ ਵੀ ਪਛਾਣ ਲੈਂਦਾ, ਕਿਸੇ ਦੀ ਚਾਲ ਵੇਖ ਕੇ ਵੀ ਪਛਾਣ ਲੈਂਦਾ, ਦੂਰੋਂ ਕਿਸੇ ਦੀ ਦਸਤਾਰ ਵੇਖ ਕੇ ਵੀ ਪਛਾਣ ਲੈਂਦਾ ਹੈ, ਪਰ ਆਪਣੇ ਆਪ ਨੂੰ ਨਹੀਂ ਜਾਣਦਾ ਕਿ ਮੈਂ ਕੀ ਹਾਂ। ਜਦੋਂ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ ਤੇ ਫਿਰ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਕੇ ਦੱਸਦੇ ਹੈ, ਕਿਰਪਾ ਦੇ ਘਰ ਵਿੱਚ ਆ ਕੇ ਦਇਆ ਦ੍ਰਿਸ਼ਟੀ ਕਰਕੇ ਕਹਿੰਦੇ ਆ 10ਵਾਂ ਤੂੰ ਹੈ, ਯਾਨੀ ਕਿ ਤੂੰ ਬ੍ਰਹਮ ਹੈ। ਇਹ ਗੁਰੂ ਸਾਹਿਬ ਗਿਆਨ ਦਿੰਦੇ ਹੈ। ਜਦੋਂ ਗੁਰੂ ਸਾਹਿਬ ਗਿਆਨ ਦਿੰਦੇ ਹੈ ਕਿ ਸਿੱਖਾ ਤੂੰ ਬ੍ਰਹਮ ਹੈ, ਤੇਰੇ ਅੰਦਰ ਬ੍ਰਹਮ ਦੀ ਅੰਸ਼ ਹੈ, ਤਾਂ ਸਿੱਖ ਦੇ ਅੰਦਰ ਉਸੇ ਵੇਲੇ ਬ੍ਰਹਮ ਦਾ ਸਾਖਸ਼ਾਤਕਾਰ ਹੋ ਜਾਂਦਾ ਹੈ। ਉਹਨੂੰ ਕਹਿੰਦੇ ਨੇ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ। ਸਤਿਗੁਰਾਂ ਦੀ ਕਿਰਪਾ ਨਾਲ ਆਪਣੇ ਨਿਜ ਸਰੂਪ ਦਾ ਗਿਆਨ ਹੁੰਦਾ ਹੈ। ਹਾਂਜੀ। ਕੋਈ ਜਾਣੈ ਕਾਵਨ ਇਹਾ ਜਗ ਮੀਤ। ਮਹਾਰਾਜ ਜੀ ਕਹਿੰਦੇ ਕੋਈ ਇਹ ਗੱਲ ਜਾਣਦਾ ਭਲਾ ਕਿ ਇਸ ਜਗਤ ਦੇ ਵਿੱਚ ਕੌਣ ਸਾਡਾ ਮਿੱਤਰ ਹੈ? ਪਾਤਸ਼ਾਹ ਕਹਿੰਦੇ ਸੱਚਾਈ ਇਹ ਹੈ ਕਿ ਸੰਸਾਰ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ, ਕਿਉਂਕਿ ਸਾਰੇ ਆਪੋ ਆਪਣੇ ਸਵਾਰਥਾਂ ਨਾਲ ਜੁੜੇ ਹੋਏ ਨੇ। ਜਦੋਂ ਇਹ ਸਰੀਰ ਚੋਂ ਪ੍ਰਾਣਾਂ ਦੀ ਡੋਰੀ ਟੁੱਟਣੀ ਹੈ, ਸਾਰਿਆਂ ਨੇ ਸਾਥ ਛੱਡ ਜਾਣਾ, ਕਿਸੇ ਨੇ ਵੀ ਨਾਲ ਨਹੀਂ ਨਿਭਣਾ। ਇਸ ਕਰਕੇ ਭਾਈ ਇਹ ਗੱਲ ਕੋਈ ਜਾਣਦਾ ਕਿ ਇੱਥੇ ਕੋਈ ਕਿਸੇ ਦਾ ਮਿੱਤਰ ਨਹੀਂ, ਕੋਈ ਕਿਸੇ ਦੇ ਨਾਲ ਨਹੀਂ ਨਿਭਣ ਵਾਲਾ। ਕੋਈ ਕਹਿੰਦਾ ਨਾ ਜੀ ਇਹ ਮੇਰਾ ਬੇਲੀ ਹੈ, ਇਹ ਮੇਰਾ ਮਿੱਤਰ ਹੈ, ਸੰਸਾਰ ਵਿੱਚ ਹੋਵੇਗਾ, ਪਰ ਜਿੱਥੇ ਜਾਣਾ ਉੱਥੇ ਉਸ ਮਿੱਤਰ ਨੇ ਸਾਥ ਨਹੀਂ ਨਿਭਣਾ, ਉੱਥੇ ਉਸ ਮਿੱਤਰ ਦਾ ਸੰਗ ਨਾਲ ਨਹੀਂ ਨਿਭਣਾ। ਇਹੀ ਇਸ ਜਗਤ ਦੀ ਸੱਚਾਈ ਹੈ। ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ, ਤਾਕਿ ਨਿਰਮਲ ਰੀਤ। ਜਿਸ ਤੇ ਵਾਹਿਗੁਰੂ ਜੀ ਕਿਰਪਾਲ ਹੁੰਦੇ ਨੇ, ਕਿਰਪਾ ਦੇ ਘਰ ਵਿੱਚ ਆਉਂਦੇ ਨੇ, ਉਹੀ ਇਸ ਵਿਧੀ ਨੂੰ ਬੁੱਝਦਾ। ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ, ਜਿਸ ਤੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਉਹੀ ਇਸ ਵਿਧੀ ਨੂੰ ਬੁੱਝਦਾ ਹੈ। ਤਾਂ ਕਿ ਨਿਰਮਲ ਰੀਤ, ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਰੀਤ ਮਰਜ਼ਾਦਾ ਹੈ ਉਹ ਨਿਰਮਲ ਤੇ ਪਵਿੱਤਰ ਹੈ, ਉਹ ਨਿਰਮਲ ਰੀਤ ਹੈ। ਉਹਦੀ ਮਰਿਆਦਾ ਸੰਸਾਰ ਤੋਂ ਨਿਰਮਲ ਹੋ ਜਾਂਦੀ ਹੈ, ਉਹ ਸੰਸਾਰ ਤੋਂ ਨਿਰਲੇਪ ਹੋ ਜਾਂਦਾ ਹੈ। ਜਿਸ ਤੇ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਏ, ਉਹਦੀ ਸਾਰੇ ਸੰਸਾਰ ਤੋਂ ਮਰਿਆਦਾ ਨਿਰਾਲੀ ਹੋ ਜਾਂਦੀ, ਦੁਨੀਆ ਨਾਲ ਉਹਦੀ ਮਰਿਆਦਾ ਮੇਲ ਨਹੀਂ ਖਾਂਦੀ। ਹਾਂਜੀ। ਰਹਾਉ ਮਾਤ ਪਿਤਾ ਬਨਤਾ ਸੁਤ ਬੰਦਪ, ਇਸ਼ਟ ਮੀਤ ਅਰ ਭਾਈ। ਕਹਿੰਦੇ
ਇਹ ਸੰਸਾਰ ਦੇ ਜਿਹੜੇ ਸੰਬੰਧ ਨੇ, ਮਾਤਾ ਹੈ, ਪਿਤਾ ਹੈ, ਬਨਤਾ ਘਰ ਵਾਲੀ ਹੈ, ਸੁੱਤ ਪੁੱਤਰ ਹਨ, ਇਸ਼ਟ ਕਹਿੰਦੇ ਨੇ ਪਿਆਰੇ ਨੂੰ, ਮੀਤ ਪਿਆਰੇ ਮਿੱਤਰ ਨੇ, ਅਰ ਭਾਈ ਅਤੇ ਭਾਈ ਹਨ। ਇਹ ਜਿੰਨੇ ਵੀ ਸੰਬੰਧ ਉੱਪਰ ਦੱਸੇ ਨੇ, ਮਾਂ ਪਿਓ, ਘਰ ਵਾਲੀ, ਪੁੱਤਰ, ਰਿਸ਼ਤੇਦਾਰ, ਸੰਬੰਧੀ, ਪਿਆਰੇ ਮਿੱਤਰ, ਭਰਾ, ਇਹ ਜਿਤਨੇ ਵੀ ਹਨ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਕੋ ਨਾ ਸਹਾਈ। ਇਹ ਸਾਰੇ ਪੂਰਬਲੇ ਜਨਮਾਂ ਦੇ ਸੰਜੋਗੀ ਨੇ। ਇਹਨਾਂ ਨਾਲ ਕੋਈ ਲੈਣ ਦੇਣ ਦਾ ਸੰਬੰਧ ਹੈ ਤੇ ਇਸ ਜਨਮ 'ਚ ਇਹਨਾਂ ਨਾਲ ਮੇਲ ਹੋਇਆ। ਮਹਾਰਾਜ ਭਗਤ ਜੀ ਕਹਿੰਦੇ ਕਿਤਨੀ ਵਾਰ ਜਿਹੜੇ ਅੱਜ ਸਾਡੇ ਪੁੱਤਰ ਧੀਆਂ ਨੇ, ਕਿਤਨੀ ਵਾਰ ਅਸੀਂ ਉਹਨਾਂ ਦੇ ਪੁੱਤ ਧੀ ਬਣ ਕੇ ਰਹੇ। ਕੁਰੂਕਸ਼ੇਤਰ ਵਿੱਚ ਜੰਗ ਹੋ ਰਿਹਾ ਮਹਾਭਾਰਤ ਦਾ। ਅਰਜਨ ਦਾ ਲੜਕਾ ਸੀ ਅਭਿਮਨਯੂ, ਰਣ ਭੂਮੀ 'ਚ ਮਾਰਿਆ ਗਿਆ। ਅਰਜਨ ਨੇ ਧਨਕ ਸੁੱਟ ਦਿੱਤਾ। ਰੋਵੇ ਕੁਰਲਾਵੇ ਕਿ ਮੇਰਾ ਪੁੱਤਰ ਰਣ ਭੂਮੀ 'ਚ ਮਾਰਿਆ ਗਿਆ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਅਰਜਨ, ਇਹ ਸੰਸਾਰ ਨਸ਼ਵਰ ਹੈ, ਤੂੰ ਕਿਉਂ ਰੋਣਾ? ਕਹਿਣ ਲੱਗਾ, ਜੀ ਕੀ ਕਰਾਂ, ਮੇਰਾ ਪੁੱਤਰ ਰਣ ਭੂਮੀ 'ਚ ਮਾਰਿਆ ਗਿਆ ਤਾਂ ਰੋਣਾ ਤਾਂ ਸੁਭਾਵਿਕ ਹੈ, ਮੈਂ ਉਹਨੇ ਤਨਖ ਨਹੀਂ ਚੁੱਕ ਸਕਦਾ। ਕ੍ਰਿਸ਼ਨ ਭਗਵਾਨ ਜੀ ਨੇ ਬਥੇਰਾ ਸਮਝਾਇਆ, ਪਰ ਅਰਜਨ ਕਿੱਥੇ ਸਮਝੇ। ਤਾਂ ਉਸ ਵਕਤ ਭਗਵਾਨ ਕ੍ਰਿਸ਼ਨ ਜੀ ਨੇ ਲੀਲਾ ਵਰਤਾਈ। ਕਹਿੰਦੇ, ਉਹ ਵੇਖ ਸਾਹਮਣੇ ਤੇਰਾ ਬੇਟਾ ਅਭਿਮਨਯੂ ਜਾ ਰਿਹਾ ਹੈ, ਤੂੰ ਰੋਕ ਲੈ ਉਹਨੂੰ। ਇੱਕਦਮ ਮਾਇਆ ਵਰਤਾਈ ਤੇ ਅਭਿਮਨਯੂ ਨਜ਼ਰ ਆਇਆ। ਅਰਜਨ ਉਹਦੇ ਪਿੱਛੇ ਪਿੱਛੇ, ਅਭਿਮਨਯੂ ਅੱਗੇ ਅੱਗੇ, ਆਵਾਜ਼ਾਂ ਮਾਰੇ, ਬੇਟਾ ਅਭਿਮਨਯੂ ਠਹਿਰ ਠਹਿਰ, ਰੁਕ। ਉਹ ਕਿੱਥੇ ਠਹਿਰੇ, ਤੁਰਦਾ ਚਲਿਆ ਜਾਏ। ਇਹ ਪਿੱਛੋਂ ਆਵਾਜ਼ਾਂ ਮਾਰੀ ਜਾਏ, ਉਹ ਤੂੰ ਸੁਣਦਾ ਨਹੀਂ, ਮੈਂ ਤੇਰਾ ਪਿਤਾ ਹਾਂ। ਉਹਨੇ ਦੌੜਨਾ ਸ਼ੁਰੂ ਕਰ ਦਿੱਤਾ। ਅਰਜਨ ਵੀ ਪਿੱਛੇ ਪਿੱਛੇ ਦੌੜਨ ਲੱਗ ਪਿਆ। ਜਿਉਂ ਭੱਜੇ ਸਾਹੋ ਸਾਈ ਹੋਏ। ਅਖੀਰ ਜਾ ਕੇ ਅਭਿਮਨਯੂ ਰੁਕ ਗਿਆ ਤੇ ਅਰਜਨ ਨੂੰ ਮਿਲਿਆ। ਰੁਕ ਕੇ ਕਹਿਣ ਲੱਗਾ, ਹਾਂ ਵੀ ਕੌਣ ਹੈ ਤੂੰ? ਕਹਿੰਦਾ, ਮੈਂ ਤੇਰਾ ਪਿਤਾ ਹਾਂ ਅਰਜਨ, ਤੂੰ ਮੇਰਾ ਪੁੱਤਰ ਹੈ ਅਭਿਮਨਯੂ। ਕਹਿਣ ਲੱਗਾ, ਵੀ ਤੂੰ ਕਿਸ ਜਨਮ ਦੀ ਗੱਲ ਕਰਦਾ? ਕਈ ਵਾਰ ਤੂੰ ਅਭਿਮਨਯੂ ਰਿਹਾ ਤੇ ਕਈ ਵਾਰ ਮੈਂ ਅਰਜਨ ਬਣਿਆ। ਤੂੰ ਕਿਸ ਜਨਮ ਦੀ ਗੱਲ ਕਰ ਰਿਹਾ ਜਿਹੜਾ ਮੈਂ ਹੁਣੇ ਹੁਣੇ ਛੱਡ ਕੇ ਆਇਆ, ਹੁਣੇ ਹੁਣੇ ਤਿਆਗ ਕੇ ਆਇਆ? ਇੱਕਦਮ ਅਰਜਨ ਨੂੰ ਸੋਝੀ ਆਈ, ਵਾਪਸ ਪਰਤ ਆਇਆ। ਤੂੰ ਇਹ ਸੰਸਾਰ ਦੇ ਵਿੱਚ ਜਿਤਨੇ ਵੀ ਸੰਬੰਧ ਨੇ ਨਾ, ਚਾਹੇ ਉਹ ਭਰਾਵਾਂ ਦੇ ਨੇ, ਮਿੱਤਰਾਂ ਦੇ ਨੇ, ਪਿਆਰੇ ਸੰਬੰਧੀਆਂ ਦੇ ਨੇ, ਮਾਂ ਬਾਪ ਦੇ ਨੇ, ਇਹਨਾਂ ਨਾਲ ਜਿਹੜਾ ਸੰਬੰਧ ਜੁੜਿਆ ਹੋਇਆ, ਪੰਜਵੇਂ ਪਾਤਸ਼ਾਹ ਕਹਿੰਦੇ ਇਹਨਾਂ ਦਾ ਸੰਬੰਧ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਜੋਗ ਕਰਕੇ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ, ਇਹ ਪੂਰਬਲੇ ਜਨਮਾਂ ਦੇ ਸੰਜੋਗੀ ਨੇ ਮਿਲੇ ਹੋਏ। ਇਹਨਾਂ ਵਿੱਚੋਂ ਅੰਤ ਨੂੰ ਕਿਸੇ ਨੇ ਵੀ ਸਹਾਈ ਨਹੀਂ ਹੋਣਾ। ਇਹ ਸੰਸਾਰ ਹੈ, ਅੰਤ ਹੈ ਕੋਏ ਨਾ ਸਹਾਈ। ਅੰਤ ਨੂੰ ਕਿਸੇ ਨੇ ਵੀ ਇਹਨਾਂ ਚੋਂ ਸਹਾਇਤਾ ਨਹੀਂ ਕਰਨੀ, ਕਿਸੇ ਨੇ ਵੀ ਸਹਾਈ ਨਹੀਂ ਹੋਣਾ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਅਨੇਕ ਮੁਕਤੇ, ਮੁਕਤ, ਮੁਕਤ ਦਾ ਮਤਲਬ ਹੁੰਦਾ ਮੋਤੀ,
ਬਹੁਤ ਸਾਰਾ ਮਾਲ ਸੰਪਦਾ ਵਿਭੂਤੀ ਸੋਨਾ ਚਾਂਦੀ ਲਾਲ ਹੀਰੇ ਜਵਾਹਰਾਤ, ਇਹ ਜਿਤਨੀ ਵੀ ਮਾਇਆ ਹੈ ਮਨ ਨੂੰ ਖੁਸ਼ ਕਰਨ ਵਾਲੀ ਹੈ। ਮਨੋਰੰਜਨ ਕੀ ਮਾਇਆ, ਬੰਦਾ ਇਹਨੂੰ ਵੇਖ ਕੇ ਬੜਾ ਖੁਸ਼ ਹੁੰਦਾ। ਮੇਰੇ ਕੋਲ ਇਤਨਾ ਧਨ ਹੈ, ਮੇਰੇ ਕੋਲ ਇਤਨੀ ਸੰਪਦਾ, ਮੇਰੇ ਕੋਲ ਇਤਨੀ ਵਿਭੂਤੀ ਹੈ। ਤੋ ਇਹ ਸਾਰੀ ਮਾਇਆ ਜਿਹੜੀ ਹੈ ਕੇਵਲ ਮਨੋਰੰਜਨ ਦੀ ਮਾਇਆ ਹੈ। ਹਾਂਜੀ। ਹਾ ਕਰਤ ਬਿਹਾਨੀ ਆਵਦੈ, ਤਾ ਮਹਿ ਸੰਤੋਖ ਨਾ ਪਾਇਆ। ਹਾ ਕਰਦਿਆਂ ਇਹ ਵੀ ਮੇਰਾ, ਇਹ ਵੀ ਮੇਰਾ, ਇਹ ਵੀ ਮੇਰਾ, ਇਦਾਂ ਕਰਦਿਆਂ ਕਰਦਿਆਂ ਆਪਣੀ ਸਾਰੀ ਜ਼ਿੰਦਗੀ ਬੰਦਾ ਬਤੀਤ ਕਰ ਦਿੰਦਾ ਹੈ, ਪਰ ਇਸ ਮਾਇਆ ਵਿੱਚੋਂ ਇਹਨੂੰ ਸਬਰ ਤੇ ਸੰਤੋਖ ਦੀ ਪ੍ਰਾਪਤੀ ਨਹੀਂ ਹੁੰਦੀ। ਤਾਂ ਮੈਂ ਸੰਤੋਖ ਨਾ ਪਾਇਆ, ਇਹਦੇ 'ਚ ਇਹਨੂੰ ਸਬਰ ਨਹੀਂ ਮਿਲਦਾ, ਇਹਨੂੰ ਸੰਤੋਖ ਪ੍ਰਾਪਤ ਨਹੀਂ ਹੁੰਦਾ। ਹਾਂਜੀ। ਹਸਤ ਰਥ ਆਸਵ ਪਾਵਨ ਤੇਜ, ਤਣੀ ਭੂਮਨ ਚਤੁਰਾਂਗਾ। ਹਾਥੀ ਰਥ ਅਸਵ ਪਵਨ ਤੇਜ, ਹਵਾ ਨਾਲੋਂ ਵੀ ਤੇਜ ਘੋੜੇ। ਹਾਥੀ ਬੜੇ ਬੜੇ ਸ੍ਰੇਸ਼ਟ ਜਾਤੀ ਦੇ ਹਾਥੀ, ਹਾਥੀਆਂ ਦੀਆਂ ਵੀ ਬੜੀਆਂ ਕਿਸਮਾਂ ਹੁੰਦੀਆਂ। ਉਹ ਹਾਥੀ ਜਿਨ੍ਹਾਂ ਦੇ ਕੰਨਾਂ ਦੇ ਕੋਲ ਜਿਹੜੇ ਗੰਢ ਸਥਲ ਨੇ ਉੱਥੇ ਭੌਰੇ ਮੰਡਰਾਉਂਦੇ ਆ, ਕਿਉਂਕਿ ਹਾਥੀ ਦੇ ਕੰਨਾਂ ਦੇ ਕੋਲ ਜਿਹੜੇ ਗੰਢ ਸਥਲ ਨੇ ਉੱਥੇ ਹਾਥੀ ਦੇ ਨਸ਼ਾ ਹੁੰਦਾ। ਜਿਹਦੀ ਮਸਤੀ ਚੋਂ ਝੂਲਦਾ ਉਹਦਾ ਸਿਰ ਝੂਲਦਾ। ਜਿਹੜਾ ਸ੍ਰੇਸ਼ਟ ਹਾਥੀ ਹੁੰਦਾ ਹੈ ਉਹਦੇ ਕੰਨਾਂ ਦੇ ਕੋਲ ਜਿਹੜੇ ਗੰਢ ਸਥਲ ਹੁੰਦੇ ਨੇ ਉੱਥੇ ਭੌਰੇ ਗੁੰਜਾਰਦੇ ਆ। ਉਹਨਾਂ ਦਾ ਕੱਦ ਛੋਟੇ ਆਕਾਰ ਦਾ ਹੁੰਦਾ ਹੈ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਅਸਾਮ ਦੇ ਰਾਜੇ ਨੇ ਜਿਹੜਾ ਹਾਥੀ ਭੇਟ ਕੀਤਾ ਸੀ, ਰਾਜਾ ਰਤਨ ਰਾਏ ਨੇ, ਉਹ ਹਾਥੀ ਬੜਾ ਸੁੰਦਰ ਹਾਥੀ, ਇਹੋ ਜਿਹੀ ਸੁੰਦਰ ਕਿਸਮ ਦਾ ਹਾਥੀ ਸੀ। ਤੇ ਕਲਗੀਧਰ ਜੀ ਨੇ ਉਸ ਹਾਥੀ ਦਾ ਨਾਮ ਰੱਖਿਆ ਸੀ ਪ੍ਰਸ਼ਾਦੀ ਹਾਥੀ। ਬੜਾ ਸੁੰਦਰ ਸਫੇਦ ਰੰਗ ਦਾ ਹਾਥੀ ਸੀ, ਚਿੱਟੇ ਰੰਗ ਦਾ, ਔਰ ਆਕਾਰ ਉਹਦਾ ਛੋਟਾ ਸੀ। ਇਤਨਾ ਸਿੱਖਿਆ ਹੋਇਆ ਕਿ ਸਾਹਿਬ ਦੇ ਸੀਸ ਤੇ ਚਵਰ ਚਲਾਉਂਦਾ। ਮਹਾਰਾਜ ਜੀ ਤੀਰ ਚਲਾਉਂਦੇ ਤੇ ਭੱਜ ਕੇ ਤੀਰ ਸੁੰਡ 'ਚ ਇਕੱਠੇ ਕਰਕੇ ਲੈ ਆਉਂਦਾ। ਸਤਿਗੁਰੂ ਜੀ ਦਰਬਾਰ ਵਿੱਚ ਚੱਲ ਕੇ ਆਉਂਦੇ ਤੇ ਸੀਸ ਝੁਕਾ ਕੇ ਮੱਥਾ ਟੇਕਦਾ। ਮਹਾਰਾਜ ਜੀ ਨੇ ਹੁਕਮ ਕੀਤਾ, ਆਨੰਦਪੁਰ ਸਾਹਿਬ ਦੇ ਵਿੱਚ ਇਹਨੂੰ ਖੁੱਲ੍ਹਾ ਛੱਡ ਦਿਓ, ਕਿਸੇ ਨੇ ਇਹਨੂੰ ਰੋਕਣਾ ਟੋਕਣਾ ਨਹੀਂ। ਹਲਵਾਈਆਂ ਦੀ ਦੁਕਾਨ ਤੇ ਜਾ ਕੇ ਉਹਨੇ ਮਠਿਆਈ ਖਾਣੀ ਸ਼ੁਰੂ ਕਰ ਦਿੱਤੀ। ਹਲਵਾਈ ਕਹਿਣ ਲੱਗੇ, ਮਹਾਰਾਜ ਇਹ ਤਾਂ ਸਾਡੀ ਮਠਿਆਈ ਨਿਬੇੜ ਜਾਂਦਾ ਸਾਰੀ। ਮਹਾਰਾਜ ਕਹਿੰਦੇ, ਜਿੰਨੀ ਖਾ ਜੇ ਇਹਨੂੰ ਰੋਕਿਓ ਨਾ, ਤੇ ਜਿੰਨੀ ਤੁਹਾਡੀ ਮਠਿਆਈ ਖਾਉਂਦਾ ਉਹਦੇ ਪੈਸੇ ਸਾਡੇ ਕੋਲੋਂ ਖਜ਼ਾਨੇ 'ਚੋਂ ਲੈ ਜਾਇਆ ਕਰੋ। ਤੋ ਬੜੇ ਬੜੇ ਸ੍ਰੇਸ਼ਟ ਕਿਸਮ ਦੇ ਹਾਥੀ ਹੁੰਦੇ ਸੰਸਾਰ 'ਚ। ਫਿਰ ਰਥਾਂ ਅਨੇਕ ਕਿਸਮਾਂ ਦੇ ਰਥ ਨੇ। ਜਿਹੜੇ ਰਥ ਨੇ ਉਹ ਵੀ ਅਨੇਕ ਪ੍ਰਕਾਰ ਦੇ ਨੇ, ਉਹਨਾਂ ਦੀਆਂ ਅੱਗੋਂ ਵੱਖੋ ਵੱਖਰੀਆਂ ਕਿਸਮਾਂ ਨੇ। ਅਸਬ ਪਵਨ ਤੇਜ, ਅਸਬ ਕਹਿੰਦੇ ਨੇ ਘੋੜਿਆਂ ਨੂੰ। ਉਹ ਘੋੜੇ ਜਿਹੜੇ ਹਵਾ ਨਾਲੋਂ ਵੀ ਤੇਜ਼ ਨੇ, ਹਵਾ ਨੂੰ ਵੀ ਪਿੱਛੇ ਛੱਡ ਜਾਣ, ਇਹੋ ਜਿਹੇ ਤੇਜ ਘੋੜੇ। ਅਸਬ ਪਵਨ ਤੇਜ, ਪਵਨ ਹਵਾ ਨੂੰ ਕਹਿੰਦੇ ਆ, ਤੇਜ ਤੇਜ਼ੀ ਨਾਲ, ਜਿਹੜੇ ਹਵਾ ਨਾਲੋਂ ਵੀ ਤੇਜ ਹੋਣ, ਇਹੋ ਜਿਹੇ ਘੋੜੇ। ਜਿਵੇਂ ਮਹਾਰਾਜ ਕਲਗੀਧਰ ਪਾਤਸ਼ਾਹ ਲਿਖਦੇ ਆ ਕਿ ਪੌਨ ਕੇ ਗੌਨ ਕੋ ਜਾਤ ਨਿਵਾਰੇ।
ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ। ਜਿਹੜੇ ਹਵਾ ਨੂੰ ਵੀ ਪਿੱਛੇ ਛੱਡ ਜਾਣ ਇਹੋ ਜਿਹੇ ਸੁੰਦਰ ਘੋੜੇ। ਘੋੜਿਆਂ ਦੀਆਂ ਕਈ ਪ੍ਰਕਾਰ ਦੀਆਂ ਕਿਸਮਾਂ ਨੇ। ਉਹਨਾਂ ਵਿੱਚੋਂ ਜਿਹੜੇ ਸ੍ਰੇਸ਼ਟ ਘੋੜੇ ਹੁੰਦੇ ਆ ਚੰਚਲ ਬਲੀ, ਕਹਿੰਦੇ ਇਹੋ ਜਿਹੇ ਜਿੰਨੇ ਘੋੜੇ ਤੇ ਫੇਰ ਧਰਤੀ ਦਾ ਮਾਲਕ ਹੋਵੇ, ਧਣੀ ਭੂਮਨ, ਧਰਤੀ ਬੜੀ ਦਾ ਮਾਲਕ ਹੋਵੇ, ਜ਼ਮੀਨਾਂ ਜਦਾਦਾਂ ਦਾ ਮਾਲਕ ਹੋਵੇ, ਰਾਜ ਭਾਗ ਦਾ ਮਾਲਕ ਹੋਵੇ। ਚਤੁਰੰਗਾ, ਚਤੁਰੰਗਾ ਦਾ ਮਤਲਬ ਹੁੰਦਾ ਚਤਰੰਗਣੀ ਸੈਨਾ। ਚਤੁਰੰਗਾ ਚਤਰੰਗਨੀ ਫੌਜ। ਚਤਰੰਗਨੀ ਫੌਜ ਕਿਹੜੀ ਹੁੰਦੀ? 4 ਪ੍ਰਕਾਰ ਦੀ ਸੈਨਾ। ਅੱਜ ਕੱਲ ਜਿਵੇਂ 3 ਪ੍ਰਕਾਰ ਦੀ ਸੈਨਾ ਹੈ, ਉਸ 3 ਪ੍ਰਕਾਰ ਦੀ ਸੈਨਾ ਦਾ ਕੰਬਾਈਨ ਕਰਕੇ ਇੱਕ ਹੋਰ ਸੈਨਾ ਵੀ ਬਣਾਈ ਗਈ ਉਹਨਾਂ ਤਿੰਨਾਂ ਤੇ ਕੰਟਰੋਲ ਕਰਨ ਲਈ। ਅੱਜ ਕੱਲ ਦਾ ਜਿਹੜਾ ਹੁਣ ਦੀ ਸੈਨਾ ਹੈ, ਪੁਰਾਣੇ ਸਮਿਆਂ 'ਚ ਰਾਜੇ ਬਾਦਸ਼ਾਹਾਂ ਕੋਲ 4 ਪ੍ਰਕਾਰ ਦੀ ਸੈਨਾ ਹੁੰਦੀ ਸੀ। ਇੱਕ ਉਹ ਜਿਹੜੇ ਘੋੜਿਆਂ ਤੇ ਸਵਾਰ ਹੋ ਕੇ ਚੱਲਦੇ, ਘੋੜ ਸਵਾਰ ਸੈਨਾ। ਇੱਕ ਉਹ ਜਿਹੜੇ ਰਥਾਂ ਤੇ ਸਵਾਰ ਹੋ ਕੇ ਚੱਲਦੇ, ਉਹ ਰਥੀ ਸੈਨਾ। ਇੱਕ ਉਹ ਜਿਹੜੇ ਹਾਥੀਆਂ ਤੇ ਸਵਾਰ ਹੋ ਕੇ ਚੱਲਦੇ। ਇਸੇ ਤਰ੍ਹਾਂ ਇੱਕ ਉਹ ਜਿਹੜੇ ਪੈਦਲ ਚੱਲਦੇ। ਇਹ 4 ਪ੍ਰਕਾਰ ਦੀ ਸੈਨਾ ਹੁੰਦੀ ਸੀ ਪਹਿਲੇ ਸਮਿਆਂ 'ਚ। ਅੱਜ ਕੱਲ ਜਿਵੇਂ ਜਲ ਵਿੱਚ ਹੈ ਇੱਕ ਸੈਨਾ, ਇੱਕ ਥਲ ਵਿੱਚ ਹੈ, ਇੱਕ ਆਕਾਸ਼ ਵਿੱਚ ਹੈ, ਇਹ 3 ਸੈਨਾ ਨੇ। ਉਦੋਂ ਇਹ 4 ਤਰ੍ਹਾਂ ਦੀ ਸੈਨਾ ਹੁੰਦੀ ਸੀ, ਹਾਥੀਆਂ ਤੇ, ਘੋੜਿਆਂ ਤੇ, ਰਥਾਂ ਤੇ ਪੈਦਲ। ਤੋ ਇਹ ਚਤਰੰਗਨ ਸੈਨਾ 4 ਤਰ੍ਹਾਂ ਦੀ ਸੈਨਾ ਦਾ ਮਾਲਕ ਹੋਵੇ, ਉਹਦਾ ਇਹ ਰਾਜਾ ਹੋਵੇ। ਸੰਗ ਨਾ ਚਾਲਿਓ ਇਨ ਮਹਿ ਕਛੂ ਐ, ਊਠ ਸਿਧਾਇਓ ਨਾਂਗਾ। ਏਦਾਂ ਦੇ ਹਾਥੀ, ਰਥ, ਘੋੜੇ, ਜ਼ਮੀਨਾਂ, 4 ਪ੍ਰਕਾਰ ਦੀ ਸੈਨਾ, ਇੰਨਾ ਕੁਝ ਹੋਵੇ ਇਹਦੇ ਕੋਲ ਤਾਂ ਮਹਾਰਾਜ ਜੀ ਕਹਿੰਦੇ ਜਦੋਂ ਅਖੀਰ ਨੂੰ ਇਹ ਸੰਸਾਰ ਤੋਂ ਜਾਂਦਾ ਹੈ ਨਾ, ਤਾਂ ਇਹਨਾਂ ਵਿੱਚੋਂ ਕੁਝ ਵੀ ਇਹਦੇ ਨਾਲ ਨਹੀਂ ਚੱਲਦਾ। ਸੰਗ ਨਾ ਚਾਲਿਓ ਇਨ ਮਹਿ ਕਛੂ ਹੈ, ਕੁਝ ਵੀ ਨਾਲ ਨਹੀਂ ਜਾਂਦਾ। ਊਠ ਸਿਧਾਇਓ ਨਾਂਗਾ, ਨਗਨੀ, ਫਿਰ ਇਹਨੂੰ ਇਹ ਸੰਸਾਰ ਤੋਂ ਉੱਠ ਕੇ ਜਾਣਾ ਪੈਂਦਾ ਹੈ। ਨਾ ਹਾਥੀ, ਨਾ ਘੋੜੇ, ਨਾ ਰਥਾਂ, ਨਾ ਗੜਬੈਲਾਂ, ਸਭ ਇੱਥੇ ਹੀ ਧਰਿਆ ਰਹਿ ਜਾਂਦਾ। ਵਹਾਂ ਹਾਥੀ ਹੈ ਨਾ ਘੋੜਾ ਹੈ, ਵਹਾਂ ਪੈਦਲ ਹੀ ਜਾਣਾ ਹੈ। ਫਿਰ ਪੈਦਲ ਹੀ ਇਹ ਸੰਸਾਰ ਤੋਂ ਚੱਲਦਾ। ਨਗਨ ਹੀ ਨਾਮ ਰਜਾਦ ਆਇਆ ਕਲ ਭੀਤਰ, ਨਾਂਗੋ ਬੰਦ ਚਲਾਇਆ। ਤੋ ਇਹ ਸਾਰਾ ਕੁਝ ਇੱਥੇ ਹੀ ਰਹਿ ਗਿਆ ਸੰਸਾਰ ਵਿੱਚ, ਸਭ ਕੁਝ ਛੱਡ ਕੇ ਇਹਨੂੰ ਜਾਣਾ ਪਿਆ। ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ, ਤਾ ਕੈ ਹਰ ਹਰ ਗਾਈਐ। ਹਰੀ ਦੇ ਜਿਹੜੇ ਸੰਤ ਨੇ ਉਹ ਪਿਆਰੇ ਹਨ, ਆਪਣੇ ਪ੍ਰੀਤਮ ਪ੍ਰਭੂ ਦੇ ਪਿਆਰੇ ਹਨ। ਉਹਨਾਂ ਦੀ ਸੰਗਤ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗਾਈਏ। ਤਾ ਕੈ ਹਰ ਹਰ ਗਾਈਐ। ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਹਰੀ ਅਕਾਲ ਪੁਰਖ ਪਰਮੇਸ਼ਰ ਦੀਆਂ ਸਿਫਤਾਂ ਨੂੰ ਗਾਇਨ ਕਰੀਏ। ਨਾਨਕ ਏਹਾ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਜਿਹੜੇ ਭਾਈ ਸਾਧੂ ਜਨਾਂ ਦੀ ਸੰਗਤ ਕਰਦੇ ਨੇ, ਨਾਮ ਜਪਦੇ ਨੇ, ਭਜਨ ਕਰਦੇ ਨੇ, ਉਹਨਾਂ ਦਾ ਇਸ ਜਹਾਨ ਵਿੱਚ ਮੁਖ ਉਜਲਾ ਹੁੰਦਾ ਹੈ। ਔਰ ਅੱਗੇ ਵੀ ਉੱਥੇ ਵੀ ਉਹ ਸੁੱਖ ਪਾਉਂਦੇ ਨੇ, ਉੱਥੇ ਵੀ ਉਹਨਾਂ ਦਾ ਮੁਖ ਉਜਲ ਹੁੰਦਾ। ਇੱਥੇ ਵੀ ਸੁਖੀ, ਉੱਥੇ ਨਿਰੰਕਾਰ ਦੇ ਦੇਸ਼ ਵਿੱਚ, ਅਕਾਲ ਪੁਰਖ ਦੇ ਮਹੱਲ ਵਿੱਚ, ਉੱਥੇ ਵੀ ਸੁਖੀ। ਜਿਹੜੇ ਸਤਿਪੁਰਸ਼ਾਂ ਦੀ ਸੰਗਤ ਕਰਦੇ ਨੇ ਉਹ ਦੋਹਾਂ ਜਹਾਨਾਂ ਵਿੱਚ ਸੁੱਖ ਮਾਣਦੇ ਹਨ।